ओके दोस्तों, अज नवंबर 26 2021 ਤੇ ਸਵੇਰ ਦੇ ਅੱਜ ਤਕਰੀਬਨ 7:15 ਹੋਏ ਆ। ਟੈਂਪਰੇਚਰ ਅੱਜ ਥੋੜਾ ਜ਼ਿਆਦਾ ਹੈ, -5 ਤੇ ਫੀਲ ਲਾਈਕ -7। ਤੇ ਅੱਜ ਤੁਹਾਨੂੰ ਮੈਂ ਜਿਹੜਾ ਪਿਛਲੀ ਵੀਡੀਓ 'ਚ ਦਿਖਾਇਆ ਸੀ ਏਰੀਆ, ਆਪਣਾ ਏਰੀਆ ਜਿਸ ਏਰੀਆ 'ਚ ਮੈਂ ਰਹਿਣਾ, ਫੋਰੈਸਟ ਗਰੋਵ, ਹੁਣ ਉਹਦੇ ਨਾਲ ਦਾ ਲੱਗਦਾ ਜਿਹੜਾ ਹੈ ਸੈਸਕਾਟੂਨ ਦਾ ਏਰੀਆ, ਸਦਰਲੈਂਡ, ਉਹਦਾ ਅੱਜ ਤੁਹਾਨੂੰ ਮੈਂ ਸਫ਼ਰ ਕਰਾਵਾਂਗਾ। ਇਹ ਬੈਕ ਵਾਲੀ 'ਚੋਂ ਹੁੰਦਾ ਹੋਇਆ ਮੈਂ ਪਿਛਲੀ ਸਟਰੀਟ ਦੇ ਵਿੱਚ ਜਾ ਰਿਹਾ। ਇਹ ਸਪਾਰਕ ਐਵਨਿਊ ਹੈ, ਇਸ ਤੋਂ ਫਿਰ ਮੈਂ ਇੱਧਰ ਨੂੰ ਮੁੜਾਂਗਾ ਤੇ ਸਾਡੀ ਮੇਨ ਸਟਰੀਟ ਜਿਹੜੀ ਹੈਗੀ ਆ ਗ੍ਰੇ ਐਵਨਿਊ, ਉਹਦੇ ਵਿੱਚ ਹੁੰਦਾ ਹੋਇਆ ਅੱਜ ਤੁਹਾਨੂੰ ਮੈਂ ਸਦਰਲੈਂਡ ਦੇ ਏਰੀਏ 'ਚ ਲੈ ਕੇ ਜਾਵਾਂਗਾ। ਦੇਖਦੇ ਰਹੋ। ਅੱਜ ਠੰਡ ਘੱਟ ਹੋਣ ਕਰਕੇ ਕੁਛ ਥਕਾਵਟ ਵੀ ਘੱਟ ਮਹਿਸੂਸ ਹੁੰਦੀ ਹੈ। ਜ਼ਿਆਦਾ ਠੰਡ ਦੇ ਵਿੱਚ એનર્ਜੀ ਵੀ ਜ਼ਿਆਦਾ ਚਾਹੀਦੀ ਹੈ। ਇਸ ਤਰ੍ਹਾਂ ਹੁਣ ਕ੍ਰਿਸਮਸ ਦਾ ਟਾਈਮ ਆ ਰਿਹਾ ਤੇ ਲੋਕਾਂ ਨੇ ਘਰ ਸਜਾਉਣੇ ਸ਼ੁਰੂ ਕਰ ਦਿੱਤੇ ਆ। ਇਹ ਲੋਕ ਕ੍ਰਿਸਮਸ ਨੂੰ ਇੱਕ ਇਹਨਾਂ ਦਾ ਮੇਨ ਫੰਕਸ਼ਨ ਹੈ ਸਾਰੇ ਸਾਲ ਦੇ ਵਿੱਚ। ਇਸ ਤਰ੍ਹਾਂ ਇਹ ਆ ਗਈ ਜੀ ਗ੍ਰੇ ਐਵਨਿਊ। ਇਹ ਗ੍ਰੇ ਐਵਨਿਊ ਐਕਚੁਅਲੀ ਫੋਰੈਸਟ ਗਰੋਵ ਤੇ ਆਪਣੇ ਸਦਰਲੈਂਡ ਦੇ ਵਿੱਚ ਇੱਕ ਸਮਝਦਾ ਵੀ ਬਾਰਡਰ ਟਾਈਪ ਹੀ ਹੈ। ਤੇ ਸਾਹਮਣੇ ਤੁਸੀਂ ਆ ਦੇਖ ਰਹੇ, ਇਹ ਜਿਹੜਾ ਹੈਗਾ ਇਹ ਸੀਪੀ ਰੇਲ ਦਾ ਯਾਰਡ ਹੈਗਾ। ਕੈਨੇਡਾ ਦੇ ਵਿੱਚ ਸੀਪੀ ਰੇਲ ਅਤੇ CN ਰੇਲ, ਇਹ ਦੋ ਮੇਨ ਫਰਾਈਟ ਰੇਲਵੇਜ਼ ਹੈਗੀਆਂ, ਮਤਲਬ ਭਾੜਾ ਢਾਉਣ ਵਾਲੀਆਂ ਰੇਲਵੇਜ਼। ਜਿਹੜੀ ਸਵਾਰੀਆਂ ਵਾਲੀ ਆ ਉਹਦਾ ਨਾਮ ਹੈ BR ਰੇਲ। ਪ੍ਰਾਈਵੇਟ ਹੈ ਮੇਰਾ ਖਿਆਲ, ਥੋੜ੍ਹਾ ਜਿਹਾ ਸ਼ਾਇਦ ਗੌਰਮੈਂਟ ਦਾ ਵੀ ਹੈ ਇਹਦੇ ਵਿੱਚ ਸ਼ੇਅਰ, ਨੋਟ ਸ਼ੋਰ। ਪਰ ਮੇਨ ਇਹੀ ਹੈ, ਦੋਨੇ ਹੀ CP ਰੇਲ, ਕੈਨੇਡੀਅਨ ਪੈਸੀਫਿਕ ਰੇਲ ਐਂਡ ਕੈਨੇਡੀਅਨ ਨੈਸ਼ਨਲ ਰੇਲ। ਔਰ ਸਾਹਮਣੇ ਕਾਰ ਵਾਸ਼ ਦੇਖੋ ਕਿੱਦਾਂ ਚਮਕ ਰਿਹਾ। ਇਹ ਹੈ CP ਰੇਲ ਦਾ ਆਫਿਸ। ਇਹਦਾ ਸਾਰਾ ਟਾਵਰ ਲਗਾਇਆ ਹੈ ਉਹਨਾਂ ਨੇ।
ਅੱਜ ਥੋੜੀ ਜਲਦੀ ਨੀਂਦ ਮੇਰੀ ਖੁੱਲ ਗਈ ਤੇ ਮੈਂ ਸੋਚਿਆ ਕਿਉਂ ਅੱਜ ਹਨੇਰੇ ਵਾਕ ਕਰਦੇ ਆ, ਕਿਉਂਕਿ 8 ਵਜੇ ਤੋਂ ਬਾਅਦ ਫਿਰ ਕਾਫੀ ਕਾਰਾਂ ਦਾ ਵੀ ਰਸ਼ ਹੋ ਜਾਂਦਾ। ਉੱਦਾਂ ਤਾਂ ਇਸ ਵੇਲੇ ਵੀ ਕਾਰਾਂ ਜਿਹੜੀਆਂ ਸ਼ੁਰੂ ਹੋ ਜਾਣੀਆਂ, ਕਿਉਂਕਿ ਜਿਨ੍ਹਾਂ ਨੇ 8 ਵਜੇ ਆਫਿਸ ਜਾਣਾ ਹੁੰਦਾ ਉਹ 7:30 ਤੋਂ ਬਾਅਦ ਨਿਕਲਣੇ ਸ਼ੁਰੂ ਹੋ ਜਾਂਦੇ ਘਰਾਂ ਤੋਂ। ਆਫਿਸ ਗੋਅਰ ਦਾ ਜਿਹੜਾ ਹੈ ਉਹ ਰਸ਼ ਹੋ ਜਾਂਦਾ, ਪਰ ਸਕੂਲ ਦੇ ਬੱਚਿਆਂ ਦਾ ਜਿਹੜਾ ਉਹ ਤਕਰੀਬਨ 9 ਵਜੇ ਸਕੂਲ ਲੱਗਦਾ ਤੇ ਉਹ 8:30 ਵਜੇ ਤੋਂ ਬਾਅਦ 8:15 ਤੋਂ ਬਾਅਦ ਥੋੜ੍ਹਾ ਬਹੁਤ ਜਿਹੜਾ ਹੈ ਉਹ ਸ਼ੁਰੂ ਹੁੰਦਾ। ਮੇਰੀ ਕੋਸ਼ਿਸ਼ ਹੋਊਗੀ ਕਿ ਮੈਂ ਤੁਹਾਨੂੰ ਮੇਨ ਜਿਹੜੀਆਂ ਸੜਕਾਂ ਹੈਗੀਆਂ, ਮੇਨ ਮਤਲਬ ਸਟਰੀਟਸ ਹੈਗੀਆਂ ਪਾਰਟੀਕੂਲਰ ਏਰੀਏ ਦੀਆਂ, ਉਹ ਮੈਂ ਤੁਹਾਨੂੰ ਉਸ ਏਰੀਏ 'ਚ ਲੈ ਕੇ ਜਾਵਾਂ, ਕਿਉਂਕਿ ਵਿੱਚ ਜਿਹੜੀਆਂ ਇਨਸਾਈਡ ਸਟਰੀਟਸ ਹੈਗੀਆਂ ਉਹਨਾਂ 'ਤੇ ਥੋੜ੍ਹਾ ਔਖਾ ਹੈ ਸਾਰੇ ਸਫ਼ਰ ਕਰਨਾ। ਐਕਚੁਅਲੀ ਮੇਰਾ ਮਕਸਦ ਇਹੀ ਹੈ ਕਿ ਮੈਂ ਜਿਹੜੇ ਮੇਨ ਏਰੀਆ ਹੈਗੇ ਆ ਇਹਨਾਂ ਨੂੰ ਰਿਕਾਰਡ ਕਰਕੇ ਰੱਖਾਂ, ਤਾਂ ਕਿ ਆਉਣ ਵਾਲੀ ਜਨਰੇਸ਼ਨ ਜਾਂ ਮੇਰੇ ਲਈ ਵੀ ਇਹ ਯਾਦਾਂ ਹੋਣਗੀਆਂ ਕਿ ਮੈਂ ਇਸ ਏਰੀਏ 'ਚ ਕਦੀ ਰਹਿੰਦਾ ਸੀ। ਹੋਰ ਤੁਸੀਂ ਦੇਖ ਸਕਦੇ ਆ ਘਰ ਇੰਨਾ ਸੋਹਣਾ ਸਜਾਇਆ ਹੋਇਆ, ਨਾਲ ਸਨੋ, ਇਟ ਲੁਕਸ ਬਿਊਟੀਫੁਲ। ਸਾਹਮਣੇ ਘਰ ਹੋਰ ਬਿਊਟੀਫੁਲੀ ਡੈਕੋਰੇਟਡ। मेरा ख्याल मैं कार क्रॉस कर लेना चाहिए, क्योंकि मैं अगले पासे जाना। तो आह गैस स्टेशन है जी साढ़े एरिए ते गैस के प्राइसिस अज 136.9 और तकरीबन $1.37 है। ये गैस प्लस है, ये तकरीबन ਰੈਜ਼ੀਡੈਂਸ਼ੀਅਲ ਹੋਣ ਕਰਕੇ ਇਹ 3-4 ਸੈਂਟ ਸਦਾ ਹੀ ਪ੍ਰਾਈਸ ਜਿਹੜੀਆਂ ਘੱਟ ਰੱਖਦੇ ਆ। ਨੋਰਮਲੀ ਜਿਹੜਾ ਹੈ ਪ੍ਰਾਈਸ ਕੱਲ੍ਹ ਦੀ ਪ੍ਰਾਈਸ ਜਿਹੜੀ ਆ ਉਹ 145.9 ਮਤਲਬ 140 ਸੈਂਟ ਕਹ ਲਓ ਜਾਂ $1.40 ਉਹ ਚੱਲ ਰਿਹਾ। ਅਤੇ ਮੈਂ ਹੁਣ ਆ ਮੇਨ ਰੋਡ ਹੈ ਸੈਂਟਰਲ ਐਵਨਿਊ, ਇੱਥੇ ਆ ਗਿਆ। ਤੇ ਆ ਹੁਣ ਅਸੀਂ ਪਹਿਲਾਂ ਕ੍ਰਾਸ ਕਰਾਂਗੇ ਰੇਲਵੇ ਲਾਈਨ। ਇਸ ਰੇਲਵੇ ਲਾਈਨ ਤੋਂ ਬਾਅਦ ਜਿਹੜਾ ਹੈ ਉਹ ਸਦਰਲੈਂਡ ਦਾ ਏਰੀਆ ਸ਼ੁਰੂ ਹੋ ਜਾਂਦਾ। ਤੇ ਹੋਰ ਮੈਂ ਦੱਸ ਦੇਵਾਂ ਕਿ ਇੱਥੇ ਜਿਹੜੇ ਜਿੰਨੇ ਵੀ ਏਰੀਆ ਡਿਵੈਲਪ ਕੀਤੇ ਜਾਂਦੇ ਆ ਉਹਨਾਂ ਦਾ ਪਾਰਟੀਕੂਲਰ ਨਾਂ ਰੱਖ ਦਿੱਤਾ ਜਾਂਦਾ ਡਿਵੈਲਪ ਕਰਨ ਤੋਂ ਪਹਿਲਾਂ, ਕਿਉਂਕਿ ਸਿਟੀ ਜਦੋਂ ਕਰਦੀ ਆ ਲਾਟ ਕੱਟਦੀ ਆ ਅਤੇ ਉਹਨੂੰ ਪੂਰਾ ਪਲੈਨਿੰਗ ਨਾਲ ਪਲੈਨ ਬਣਾਇਆ ਜਾਂਦਾ ਵੀ ਕਿੱਥੇ ਕਿੱਦਾਂ ਦੇ ਲਾਟ ਕੱਟਣੇ, ਇੱਥੇ ਕਮਰਸ਼ੀਅਲ, ਇੱਥੇ ਰੈਜ਼ੀਡੈਂਸ਼ੀਅਲ, ਇੱਥੇ ਜਿਹੜੀਆਂ ਹਾਈ ਰਾਈਜ਼ ਬਿਲਡਿੰਗ ਬਣਾਉਣੀਆਂ। ਇੱਥੇ ਵੈਸੇ ਜਿਹੜੀ 4 ਮੰਜ਼ਿਲ ਤੱਕ ਤੁਸੀਂ ਬਣਾ ਸਕਦੇ ਸੀ, ਜਿਹੜੇ ਬਿਗ ਬਿਲਡਰ ਹੈਗੇ ਆ, ਟਾਊਨ ਹਾਊਸ ਜਾਂ ਕੋਂਡੋ ਕਹਿ ਲਓ। ਅਤੇ ਹੁਣ ਮੇਰਾ ਖਿਆਲ ਸ਼ਾਇਦ ਇਹਨਾਂ ਨੇ ਸਿਟੀ ਨੇ ਉਹਨੂੰ ਵਧਾ ਕੇ ਕੁਛ 5 ਮੰਜ਼ਿਲਾਂ ਜਾਂ 6 ਮੰਜ਼ਿਲਾਂ ਦਾ ਕਰਤਾ, ਕਿਉਂਕਿ ਚਾਹੁੰਦੇ ਆ ਕਿ ਉਹ ਬਾਰ ਨਾ ਐਕਸਪੈਂਡ ਕੀਤਾ ਜਾਵੇ ਸਿਟੀ ਨੂੰ। ਅਤੇ ਜਿਹੜੀ ਪਾਪੂਲੇਸ਼ਨ ਆ
ਉਹ ਕੰਡੈਂਸਡ ਏਰੀਏ ਦੇ ਵਿੱਚ ਡਿਵੈਲਪ ਕੀਤੀ ਜਾਵੇ। ਇੱਕ ਇਹ ਸੈਂਟਰਲ ਐਵਨਿਊ ਵੀ ਜਿਹੜਾ ਏਰੀਆ ਇਹ ਇੱਦਾਂ ਇਹ ਕ੍ਰਿਸਮਸ ਦੇ ਦਿਨਾਂ 'ਚ ਇਹਨੂੰ ਸਜਾ ਦਿੰਦੇ ਆ ਬਿਊਟੀਫੁਲੀ। ਦੇਖੋਗੇ ਤੁਸੀਂ ਕਿੰਨਾ ਸੋਹਣਾ ਇਹ ਸਟਰੀਟ ਜਿਹੜੀ ਆ ਸਜਾਈ ਉਹ ਆ, ਲਾਈਟਾਂ ਬਿਊਟੀਫੁਲ ਲਾਈਟਾਂ ਲਾਈਆਂ ਆ। ਆ ਸਾਡੇ ਏਰੀਏ 'ਚ 2 ਫਾਰਮੇਸੀਆਂ ਹੈਗੀਆਂ, ਆਲੂ ਫਾਰਮੇਸੀ, ਫਾਰਮਾਸੇਵ। ਇਹ ਕਾਫੀ ਪੁਰਾਣਾ ਏਰੀਆ ਕਿਹਾ ਜਾਂਦਾ। ਹਿਸਟਰੀ ਤਾਂ ਮੈਂ ਇਹਦੀ ਨਹੀਂ ਪੜ੍ਹੀ, ਪਰ ਇਹ ਕਿਹਾ ਜਾਂਦਾ ਕਿ ਇਹ ਕਿਸੇ ਟਾਈਮ ਇੱਕ ਪਿੰਡ ਹੁੰਦਾ ਸੀ ਸਦਰਲੈਂਡ। ਇਸੇ ਕਰਕੇ ਮੇਰਾ ਖਿਆਲ ਹੈ ਵੀ ਸੀਪੀ ਰੇਲ ਇੱਥੇ ਸੀਪੀ ਰੇਲ ਨੂੰ ਜਗ੍ਹਾ ਦਿੱਤੀ ਗਈ। ਅਤੇ ਸੀਪੀ ਰੇਲ ਦਾ ਬਹੁਤ ਵੱਡਾ ਯਾਰਡ ਹੈ ਉਹਨਾਂ ਨੂੰ। ਆ ਦੇਖੋ ਇੱਧਰ ਵੀ ਸਾਰਾ ਯਾਰਡ ਹੈ ਉਹਨਾਂ ਦਾ। ਇਹ ਕਾਫੀ ਦੂਰ ਤੱਕ ਹੈ, ਮੇਰਾ ਖਿਆਲ 2-3 ਕਿਲੋਮੀਟਰ ਤੱਕ ਇਹਨਾਂ ਦਾ ਯਾਰਡ ਹੋਣਾ, ਜਿੱਥੇ ਇਹ ਆਪਣੇ ਪ੍ਰਾਈਸ ਆਪਣੇ ਰੇਲਸ ਜਿਹੜੀਆਂ ਡੱਬੇ ਆ ਖੜੀਆਂ ਕਰਦੇ ਆ ਕੇ ਉਹਨਾਂ ਨੂੰ। इंडियन रेस्टोरेंट है एक मिट्स। अर्जी आने का एक और मज़ा है कि वीडियो बहुत वधिया बनता। दिन में इन्ना लाइटां का मज़ा नहीं आता, बट मेरा मकसद तो है कि मैं ये कोशिश करा कि हर रोज़ मॉर्निंग वॉक अपनी जारी रखा, ते नाल अपने वास्ते ते तुहाडे वास्ते ये वीडियो बनावा। बसां जिहड़ियां इस एरिए तो यूनीवर्सिटी बहुत नेड़े आ, तकरीबन मेरा ख्याल है भी 5 मिनट की ड्राइव हैगी इत्थों। 4-5 किलोमीटर ते ही है यूनीवर्सिटी। तो इस करके इत्थे इस एरिए काफ़ी स्टूडेंट भी काफ़ी रहिंदे आ। ये सस्ता भी है, तुहानूं $900-950 जिहड़ा है वो मतलब 2 बेडरूम या 1 बेडरूम अपार्टमेंट मिल जाता इत्थे। पुराने जिहड़े हैगे आ वैसे भी काफ़ी सस्ता है सस्काटून। आ देखो सारा इधर स्टिल सीपी रेल का यार्ड चल रहा नाल ये काफ़ी दूर तक है। मैं तुहानूं दिखाना स्ट्रीट किदां सजाई हुई है। हरेक साल ये क्रिसमस के दिनों सजा देंगे, फिर जनवरी जाके इन्होंने लाइटां लाते हैं। एरिया बट इत्थे काफ़ी रेस्टोरेंट बार काफ़ी है। सीपी रेल दे वर्करां दी गड्डियां खड़ियां कारां
ਹੋਰ ਜਿਹੜੀ ਗੱਲ ਮੈਂ ਆਪਣੇ ਵੀਡੀਓ ਦੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਇੱਥੇ ਸਟਰੀਟਾਂ ਦੇ ਨਾਂ ਜਿਹੜੇ ਹੈਗੇ ਆ ਉਹ ਮਤਲਬ ਡਿਫਰੈਂਟ ਹੈਗੇ ਆ ਅੰਟੈਰੀਓ ਨਾਲੋਂ, ਜਾਂ ਬਰੈਂਪਟਨ ਨਾਲ ਕਹਿ ਸਕਦੇ ਹਾਂ, ਕਿਉਂਕਿ ਬਰੈਂਪਟਨ 'ਚ ਹੀ ਮੈਂ ਰਿਹਾ ਇਸ। ਤੇ ਸਾਬੇ ਆ ਜੀ ਇਹ ਛੋਟਾ ਜਿਹਾ ਪਲਾਜ਼ਾ ਹੈ। ਪਲਾਜ਼ਾ ਇਹ ਕੁਛ ਰੈਸਟੋਰੈਂਟ ਹੈਗੇ ਆ, ਕੁਛ ਰੈਂਟਲ ਦੇ ਆਫਿਸ ਹੈਗੇ ਆ। ਵੀਟਨਾਮ ਐਕਸਪ੍ਰੈਸ। ਛੋਟੇ ਜਿਹੇ ਪਲਾਜ਼ੇ 'ਚ ਹੀ ਮੇਰਾ ਖਿਆਲ ਆ ਵੀ 6-7 ਰੈਸਟੋਰੈਂਟ ਹੋਣਗੇ। ਰੈਸਟੋਰੈਂਟ ਜਿਹੜੇ ਇਹਨਾਂ ਕੰਟਰੀ ਦੇ ਵਿੱਚ ਬੜੇ ਸਕਸੈਸਫੁਲ ਹਨ, ਕਿਉਂਕਿ ਬਹੁਤੇ ਲੋਕ ਬਾਹਰ ਹੀ ਖਾਣਾ ਪਸੰਦ ਕਰਦੇ ਆ, ਘੱਟ ਲੋਕ ਜਿਹੜੇ ਆ ਉਹ ਘਰਾਂ ਦੇ ਵਿੱਚ ਬਣਾਉਂਦੇ ਆ। ਕਲਚਰ ਇਸ ਤਰ੍ਹਾਂ ਦਾ ਹੈ। ਇਹ ਕੋਰੀਅਨ ਮਾਰਕੀਟ ਖੁੱਲ੍ਹੀ ਹੈ ਜੀ, ਇਹਦੇ 'ਚ ਤੁਸੀਂ ਜੈਪਨੀਜ਼ ਤੇ ਕੋਰੀਅਨ ਫੂਡ ਜਿਹੜਾ ਹੈਗਾ ਉਹ ਸਟੋਰ ਹੈਗਾ ਉਹ ਲੈ ਸਕਦੇ ਹੋ। ਲਾਈਟ ਹੈ ਪਰ ਲੰਘ ਜਾਂਦੇ ਆ, ਅਜੇ ਆਉਣ ਵਾਲੇ ਕੋਈ ਨਹੀਂ ਹੋਣਾ। ਵੈਸੇ ਦਿਨ ਵੇਲੇ ਇੱਦਾਂ ਦੀ ਗਲਤੀ ਨਹੀਂ ਕਰਨੀ ਚਾਹੀਦੀ ਕਦੀ ਵੀ। ਇਹ ਮੇਰਾ ਸਦਰਲੈਂਡ ਬਿਊਰੋਕਰੈਟ। ਮੋਸਟਲੀ ਮੈਂ ਇੱਥੇ ਮਸਾਜ ਵਗੈਰਾ ਜਾਂ ਫਿਜ਼ੀਓ ਦੀ ਕੋਈ ਕੰਮ ਹੋਵੇ ਤਾਂ ਆਉਣਾ ਹੁੰਦਾ, ਕਿਉਂਕਿ ਮੇਰੇ ਏਰੀਏ ਦੇ ਵਿੱਚ ਹੈਗਾ ਇਹ। ਹਾਂ, ਮੈਂ ਸਟਰੀਟਾਂ ਦੀ ਗੱਲ ਕਰ ਰਿਹਾ ਸੀ। ਸਟਰੀਟਾਂ ਦੇ ਨਾਂ ਜਿਹੜੇ ਹੈਗੇ ਆ ਉਹ 1 2 3 ਦੇ ਹਿਸਾਬ ਨਾਲ ਵੀ ਹੈਗੇ ਆ। ਜਿਹੜੀ ਫਸਟ ਸਟਰੀਟ ਹੈਗੀ ਆ ਉਹ ਸ਼ੁਰੂ ਹੋ ਜਾਂਦੀ ਆ, ਇਹ ਚੱਲਦੀ ਹੈਗੀ ਆ ਸਾਊਥ ਟੂ ਨਾਰਥ। ਇਸ ਤਰ੍ਹਾਂ ਇਹ ਮੇਰਾ ਖਿਆਲ 73 ਜਾਂ 74 ਤੱਕ ਸਟਰੀਟਾਂ ਅਲੱਗ-ਅਲੱਗ ਸਿਟੀ ਦੇ ਪਾਰਟ ਦੇ ਵਿੱਚ ਦੀ ਲੰਘਦੀਆਂ। ਤੇ ਇਹ ਜਿਹੜੀਆਂ ਨੰਬਰਡ ਸਟਰੀਟ ਹੈਗੀਆਂ ਇਹ ਵੈਸੇ ਚੱਲਦੀਆਂ ਈਸਟ ਵੈਸਟ ਆ, ਇਸ ਪਾਸੇ ਈਸਟ ਤੋਂ ਵੈਸਟ ਤੱਕ। ਔਰ ਜਿਹੜੇ ਨੰਬਰਿੰਗ ਇਹਨਾਂ ਦੀ ਹੈਗੀ ਆ ਉਹ ਇਨਕਰੀਜ਼ਿੰਗ ਆਰਡਰ 'ਚ, ਉਹ ਸਾਊਥ ਟੂ ਨਾਰਥ। ਮਤਲਬ ਰਜਾਈਨਾ ਵਾਲੇ ਪਾਸੇ ਤੋਂ ਸ਼ੁਰੂ ਹੋਣੀ ਆ, ਇੱਧਰ ਪ੍ਰਿੰਸ ਐਲਬਰਟ ਉਸ ਪਾਸੇ ਨੂੰ ਇਹ ਸੀਟਾਂ ਹੈਗੀਆਂ ਵਧੀਆਂ ਰਹਿਣੀਆਂ। ਇਸ ਕਰਕੇ ਲੱਭਣਾ ਉਹ ਥੋੜ੍ਹਾ ਸੌਖਾ ਹੈ। ਬਾਕੀ ਅੱਜ ਕੱਲ੍ਹ ਤਾਂ ਕੋਈ ਪ੍ਰੋਬਲਮ ਨਹੀਂ, GPS ਤੁਹਾਨੂੰ ਘਰ ਦੇ ਵਿੱਚ ਲੈ ਜਾਂਦਾ, ਜਿੱਥੇ ਵੀ ਜਾਣਾ ਹੋਵੇ। ਬੜੀ ਸਹੂਲਤ ਹੋ ਗਈ ਹੁਣ ਤਾਂ। ਮੈਂ ਕਈ ਸਾਲ ਕੋਰੀਅਰ ਦਾ ਕੰਮ ਕੀਤਾ ਤੇ ਬੜੀ ਮੁਸ਼ਕਲ ਹੁੰਦੀ ਸੀ ਨਕਸ਼ਾ, ਲੇਟੈਸਟ ਨਕਸ਼ਾ ਕੋਲ ਰੱਖਣਾ ਤੇ ਘਰ ਲੱਭਣੇ, ਸੀਟਾਂ ਲੱਭਣੀਆਂ ਬੜੀਆਂ ਔਖੀਆਂ ਹੁੰਦੀਆਂ। ਪਰ ਹੁਣ ਗੂਗਲ ਨੇ ਲਾਈਫ ਬੜੀ ਸੌਖੀ ਬਣਾ ਦਿੱਤੀ। ਮੈਂ ਤਾਂ ਹੈਰਾਨ ਹੁੰਦਾ ਕਿ ਮੈਨੂੰ ਕਾਫੀ ਸਮਾਂ ਹੋ ਗਿਆ ਇੰਡੀਆ ਗਿਆ ਨੂੰ, ਤੇ ਉੱਥੇ ਵੀ ਦੇਖਦੇ ਹਾਂ ਕਿ ਪਿੰਡ ਜਿਹੜਾ ਹੈਗਾ ਉਹ ਗੂਗਲ 'ਤੇ ਹੈਗਾ। ਤੁਸੀਂ ਹੁਣ ਮਤਲਬ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਵੈਸੇ ਤਾਂ ਸਾਡੇ ਕੰਟਰੀ 'ਚ, ਇੰਡੀਆ ਦੇ ਵਿੱਚ ਲੋਕ ਹੀ ਗੂਗਲ ਨੇ। ਇੱਦਾਂ ਦਾ ਵਧੀਆ ਐਟੀਟਿਊਡ ਹੈ ਕਿ
ਤੁਸੀਂ ਕਿਸੇ ਪਿੰਡ 'ਚ ਜਾ ਕੇ ਪੁੱਛੋ ਵੀ ਫਲਾਣੇ ਦੇ ਘਰ ਜਾਣਾ ਤਾਂ ਨਾਲ ਤੁਰ ਪਣਗੇ, ਛੱਡ ਕੇ ਆਉਣਗੇ। ਇਹ ਸਾਡੇ ਕਲਚਰ ਦੀ, ਖਾਸ ਕਰਕੇ ਪੰਜਾਬੀਆਂ ਦੀ ਇਹ ਖਾਸੀਅਤ ਹੈ। ਬੜੇ ਹੈਲਪਫੁਲ, ਬੜੇ ਸਹਿਯੋਗੀ, बड़े सहमानी, सैल्फ रिस्पैक्ट वाले। बाकी कल्चर भी है पर मैनू अपने कल्चर का पता, क्योंकि मैं उस कल्चर तो बिलोंग करदा। इंडिया की मैं इस करके गल करदा हुन्ना कि क्योंकि जिंदगी का मेरा बहुता पार्ट इंडिया में ही बीतिया। मेरी जॉब, मेरी एजुकेशन, तो इस करके जिस कंट्री तुसी रहे हो उस कंट्री दे भी गल बंदा करदा, उत्थे दा ज़्यादा पता हुंदा सिस्टम दा। ये आ गए जी 105 स्ट्रीट या 105 स्ट्रीट। हुण इत्थों असी टर्न लवांगे क्योंकि काफ़ी टाइम हो गया उधर, तो मैनू फिर वापस घर भी जाना पैना। तो मैं चाहना कि तकरीबन 45 मिनट की मेरी हिंदी है। इनू कर लीए, दब दईए ताकि जल्दी हो जाए। थोड़ा जिहा इंडस्ट्रीयल एरिया 105 स्ट्रीट ते ईस्ट जिहड़ा हैगा उत्थे इंडस्ट्रीयल एरिया, क्योंकि पुराना सिटी है। वैसे तो मोस्टली रेजिडेंशियल एरिया च इंडस्ट्रीयल एरिया हुंदा नहीं, कोई बनाते नहीं, बट पुराना जिस तरह मैं पहला दस्सिया कि पिंड हुंदा सी, ते इत्थे इन्हां ने कुछ इंडस्ट्रीयल एरिया भी रखा। इत्थे कुछ ऑटो शॉप्स ने, गराज जिन्होंने कह दिंदे आपां, और कोआप दी है फीड दी, शायद फीड काफ़ी वड्डी फैक्ट्री हैगी है, फीड बनाते हैं। और भी है काफ़ी इंडस्ट्रीयल काम। ये देखो जी, स्कूल जोन की स्पीड लिमिट है इत्थे 30 दी, ते ये होंदी 8 to 5 PM मंडे टू फ्राइडे। तो सितंबर तो जून तक होंदी आ, क्योंकि जुलाई अगस्त बच्चों ने छुट्टियां होंदियां। पर ये मैनू, मैं जिस तरह अपनी पिछली वीडियो दस्सिया सी कि ये जनवरी तो चेंज हो जा रहा शायद कुछ एरिया दे विच। आई डोंट नो सारे एरिया करना इन्होंने या कुछ एरिया कहना तो इन्हों का यह है कि जिथे ग्राउंड्स हैगियां बच्चे खेलते हैं उन्होंने एरिया किया जाए 7 to 7 365 डेज। सो देखो, वैसे तो ये काउंसलर भी कहते हैं, लोग भी कहते हैं कि मनी ग्रैब का ही साधन है, क्योंकि जे बंदा गलती करता तो काफ़ी स्पीडिंग की टिकट काफ़ी मोटी मिलती है इत्थे, खास करके स्कूल जोन दे विच। ते बंदा कदी ना कदी भुल ही जाता, क्योंकि 30 की स्पीड ठीक सी। और 5 बजे तक, क्योंकि 5 बजे तो बाद तक कोई बच्चा हुंदा भी नहीं स्कूल, तकरीबन 4 बजे छुट्टी हो जाती है। और होएगा पता नहीं कोई इस तरह का इंसीडेंट इत्थे इस तरह है कि कोई भी कदे कोई इंसीडेंट हुंदा किते भी स्कूल जोन च जां कोई लाइटां ते जां स्टॉप साइन ते उत्थे क्विक एक्शन लेंदे आ। जे स्टॉप साइन ते कोई एक्सीडेंट हो गया तो उत्थे लाइटां लाणगे।
ਫਰੋਮ ਟਾਈਮ ਟੂ ਟਾਈਮ ਇਹ ਮੈਂ ਤੁਹਾਨੂੰ ਚੇਂਜ ਕਰਦੇ ਰਹਿੰਦੇ ਆ। ਤੁਹਾਨੂੰ ਇਹ ਦਿਖਾਵਾਂਗਾ ਚਰਚ ਹਰੇਕ ਏਰੀਏ 'ਚ ਇੱਥੇ ਮਤਲਬ ਇੱਕ ਜਾਂ ਦੋ ਚਰਚ ਜ਼ਰੂਰ ਹੋਣਗੇ। ਇਹ ਚਰਚ ਹੈ ਜੀ, ਇਹ ਹੈ ਇਸ ਦਾ ਨਾਂ ਬਿਸ਼ਪ ਫਾਈਲਵਿਚ ਯੂਕਰੇਨੀਅਨ ਬਾਇਲਿੰਗੁਅਲ ਸਕੂਲ। ਬਹੁਤ ਹੀ ਐਕਚੁਅਲੀ ਖੋਰ ਸੈਸਕਾਟੂਨ ਦੀ ਹੈ ਕਿ ਇੱਥੇ ਈਵਨ ਸਸਕੈਚੁਅਨ 'ਚ ਵੀ ਮੈਨੂੰ ਸ਼ਾਇਦ ਲੱਗਦਾ ਕਿ ਯੂਕਰੇਨੀਅਨ ਰੀਜਨ ਦੇ ਲੋਕ ਬਹੁਤ ਹੈ ਇੱਥੇ, ਕਿਉਂਕਿ ਇੱਥੇ ਯੂਕਰੇਨੀਅਨ ਇੱਕ ਮਿਊਜ਼ੀਅਮ ਵੀ ਹੈ। ਹੁਣ ਆਹ ਸਕੂਲ ਹੈ ਇੱਕ ਸਪੈਸ਼ਲ ਬਣਾਇਆ ਹੈ ਇਹ, ਕਿਉਂਕਿ ਯੂਕਰੇਨ ਅਤੇ ਸਸਕੈਚੁਅਨ ਦਾ ਜਿਹੜਾ ਵੈਦਰ ਹੈ ਨਾ ਉਹ ਆਲਮੋਸਟ ਕਹਿੰਦੇ ਆ ਕਿ ਸੇਮ ਹੀ ਹੈ। ਮਤਲਬ ਜਿੱਦਾਂ ਅਤੇ ਬਹੁਤ ਸਾਲ ਪਹਿਲਾਂ ਯੂਕਰੇਨੀਅਨ ਬਹੁਤ ਸਾਰੇ 100 ਸਾਲ ਪਹਿਲਾਂ ਕਹਿੰਦੇ ਆ ਕਿ ਕਾਫੀ ਯੂਕਰੇਨੀਅਨ ਇੱਥੇ ਮੂਵ ਹੋਏ ਸੀ, ਉਹਨਾਂ ਨੂੰ ਜਗ੍ਹਾ ਦਿੱਤੀ ਗਈ ਕਿਉਂਕਿ ਇੱਥੇ ਲੈਂਡ ਬਹੁਤ ਜ਼ਿਆਦਾ ਹੈ ਸਾਡਾ ਪਾਪੂਲੇਸ਼ਨ ਦੇ ਹਿਸਾਬ ਨਾਲ। ਇਸ ਬਿਗ ਪ੍ਰੋਵਿੰਸ, ਪਰ ਠੰਡ ਕਰਕੇ ਲੋਕ ਸ਼ਾਇਦ ਨਹੀਂ ਰਹਿੰਦੇ। ਪਿਛਲੇ ਕੁਛ ਸਾਲਾਂ ਤੋਂ ਹੁਣ ਪਾਪੂਲੇਸ਼ਨ ਇੱਥੇ ਦੀ ਵਧਣ ਲੱਗੀ ਆ, ਨਹੀਂ ਤਾਂ ਕਹਿੰਦੇ ਆ ਕਿ 2008 ਤੱਕ ਪਾਪੂਲੇਸ਼ਨ ਜਿੰਨੀ ਸੀ ਉਨੀ ਕੀ ਰਹੀ ਤਕਰੀਬਨ। ਹੁਣ ਵੀ ਮੇਰਾ ਖਿਆਲ 12-12.5 ਲੱਖ ਹੀ ਹੈ, ਪਰ ਇੰਨਾ ਹੈ ਕਿ ਘੱਟ ਨਹੀਂ ਰਹੀ। ਜੀ ਸਾਹਮਣੇ ਹੁਣ ਆ ਇੱਕ ਆ ਗਿਆ ਚਰਚ, ਕ੍ਰਾਸ ਟਾਈਪ ਤੁਸੀਂ ਦੇਖ ਰਹੇ ਹੋਣੇ ਆ, ਪਤਾ ਨਹੀਂ ਹਨੇਰਾ ਹਾਲੇ ਠੀਕ ਢੰਗ ਨਾਲ ਦਿਸ ਰਿਹਾ ਕਿ ਨਹੀਂ। ਕੋਸ਼ਿਸ਼ ਕਰਾਂਗਾ ਕਿ ਉਸ ਸਾਈਡ 'ਤੇ ਮੈਂ ਜਾਵਾਂ। ਇਹ ਚਰਚ ਹੈ ਛੋਟਾ ਜਿਹਾ, ਅਤੇ ਇਹ ਹੈ ਆ ਗਈ ਇੱਧਰ 105 ਸਟਰੀਟ ਤੋਂ ਹੁੰਦਾ ਹੈ। ਮੈਂ ਹੁਣ ਐਗਬਰਟ ਐਵਨਿਊ 'ਤੇ ਜਾ ਰਿਹਾ, ਅਤੇ ਇਸ ਏਰੀਏ 'ਚ ਵੀ ਦੋ ਸਕੂਲ ਹੈਗੇ ਆ। ਇੱਕ ਤਾਂ ਸਕੂਲ ਸ਼ਾਇਦ ਅੱਗੇ ਉਹ ਕੈਥੋਲਿਕ ਸਕੂਲ ਹੈ। ਹਰੇਕ ਏਰੀਏ ਦੇ ਵਿੱਚ ਮਤਲਬ ਜਦੋਂ ਵੀ ਸਿਟੀ ਸਕੂਲ ਬਣਾਉਂਦੀ ਆ ਅਤੇ ਇੱਕ ਕੈਥੋਲਿਕ ਸਕੂਲ ਬੋਰਡ ਨੂੰ ਦਿੰਦੀ ਹੈ ਅਤੇ ਇੱਕ ਪਬਲਿਕ ਸਕੂਲ ਬੋਰਡ। ਪਬਲਿਕ ਸਕੂਲ ਬੋਰਡ ਮਤਲਬ ਜਿਹੜਾ ਅਸੀਂ ਪੰਜਾਬੀ 'ਚ ਕਹਿ ਦਿੰਦੇ ਹਾਂ ਗੌਰਮੈਂਟ ਸਕੂਲ। ਇੱਥੇ ਜਿਹੜਾ ਸ਼ਬਦ ਯੂਜ਼ ਕੀਤਾ ਜਾਂਦਾ ਜਦੋਂ ਅਸੀਂ ਕਹਿੰਦੇ ਹਾਂ ਪਬਲਿਕ ਜਿੱਦਾਂ ਇੰਡੀਆ ਦੇ ਵਿੱਚ ਤਾਂ ਡਿਫਰੈਂਟ ਹੈ ਨਾ, ਵੀ ਕਹਿੰਦੇ ਪਬਲਿਕ ਸਕੂਲ 'ਚ ਪੜ੍ਹਦਾ। ਪਬਲਿਕ ਉੱਥੇ ਮਤਲਬ ਹੁੰਦਾ ਵੀ ਪ੍ਰਾਈਵੇਟ, ਪਰ ਇੱਥੇ ਪਬਲਿਕ ਦਾ ਮਤਲਬ ਲੋਕਾਂ ਦਾ, ਪਬਲਿਕ ਦਾ, ਗੌਰਮੈਂਟ ਦਾ। ਅਤੇ ਐਜੂਕੇਸ਼ਨ ਇੱਥੇ 12ਵੀਂ ਤੱਕ ਬਿਲਕੁਲ ਫ੍ਰੀ ਹੈ। ਈਵਨ ਬੱਚਿਆਂ ਨੂੰ ਕਿਤਾਬਾਂ ਵੀ ਨਹੀਂ ਲੈਣੀਆਂ ਪੈਂਦੀਆਂ। ਹਾਂ, ਸਟੇਸ਼ਨਰੀ ਵਗੈਰਾ ਉਹ ਲੈਣੀਆਂ ਪੈਂਦੀਆਂ। ਔਰ ਜਦੋਂ ਸਕੂਲ ਸ਼ੁਰੂ ਹੋਣੇ ਹੁੰਦੇ ਆ ਅਤੇ ਨਿਆਣਿਆਂ 'ਚ ਬੜਾ ਉਤਸ਼ਾਹ ਹੁੰਦਾ ਜਾ ਕੇ ਸਟੇਪਲ 'ਤੇ ਜਿਹੜੇ ਸਟੋਰ ਹੈਗੇ ਆ ਜਾਂ ਵਾਲਮਾਰਟ 'ਤੇ, ਇਹ ਸਟੋਰ ਜਿਨ੍ਹਾਂ 'ਤੇ ਸਟੇਸ਼ਨਰੀ ਮਿਲਦੀ ਆ, ਉਹ ਸਪੈਸ਼ਲ ਡੀਲਸ ਲਾਉਂਦੇ ਨੇ। ਬੱਚਿਆਂ ਨੂੰ ਉਤਸ਼ਾਹ ਵੀ ਬੜਾ ਹੁੰਦਾ ਕਿ ਜਾ ਕੇ ਮੈਂ ਰੈਡੀ ਟੂ ਸਕੂਲ, ਉਹ ਸਪੈਸ਼ਲ ਮੈਨੂੰ ਯਾਦ ਨਹੀਂ ਆ ਰਿਹਾ, ਜਾਂ ਰੈਡੀ ਟੂ ਸਕੂਲ ਵੀ ਸਕੂਲ ਹੁਣ ਜਾਣਾ ਨਿਆਣਿਆਂ ਨੇ, ਖਾਸ ਕਰਕੇ ਜਿਨ੍ਹਾਂ ਨੇ ਪਹਿਲੀ ਵਾਰੀ ਜਾਣਾ ਹੁੰਦਾ ਉਹਨਾਂ 'ਚ ਬਹੁਤ ਉਤਸ਼ਾਹ ਹੁੰਦਾ। ਦੇਖੋ ਬਹੁਤ ਸੋਹਣਾ ਘਰ ਸਜਾਇਆ, ਸ਼ੌਕ ਹੁੰਦਾ ਐਕਚੁਅਲੀ ਬਹੁਤ ਲੋਕਾਂ ਨੂੰ ਇੱਥੇ ਸ਼ੌਕ ਹੈ। ਮੇਰੇ ਘਰ ਦੇ ਕੋਲ ਵੀ ਹੈ ਇੱਕ, ਜੇ ਹੁਣ ਅੱਜ ਮੌਕਾ ਮਿਲਿਆ ਤਾਂ ਮੈਂ ਤੁਹਾਨੂੰ ਦਿਖਾਵਾਂਗਾ। ਉਹ ਹਰ ਸਾਲ ਬਹੁਤ ਵਧੀਆ ਤਰ੍ਹਾਂ ਬਹੁਤ ਦਰੱਖਤਾਂ ਅਤੇ ਹੋਰ ਹਿਰਨ ਟਾਈਪ ਬਹੁਤ ਸੋਹਣਾ ਬਣਾ ਕੇ ਰੱਖਦਾ। ਸ਼ੌਕ ਦੀ ਗੱਲ ਹੈ, ਵਿਸ਼ਵਾਸ ਦੀ ਗੱਲ ਹੈ, ਧਰਮ ਦੀ ਗੱਲ ਹੈ। ਸੋ ਮੇਰਾ ਖਿਆਲ ਆ ਸਕੂਲ ਅੱਗੇ
ਰਿਹਾ ਸ਼ਾਇਦ, ਜਾਂ ਪਿੱਛੇ ਲੰਘ ਗਿਆ, ਆਈ ਡੋਂਟ ਨੋ। ਇੱਧਰ ਸਕੂਲ ਮੇਰਾ ਖਿਆਲ ਪਬਲਿਕ ਕੈਥੋਲਿਕ ਸਕੂਲ ਨਹੀਂ ਹੈ, ਉਹ ਮੈਨੂੰ ਚਰਚ ਦਾ ਹੀ ਭੁਲੇਖਾ ਲੱਗਦਾ ਸੀ ਕਿ ਉਹ ਸਕੂਲ ਹੈ, ਪਰ ਉਹ ਚਰਚ ਹੈ। ਅਤੇ ਉਹ ਜਾਂ ਯੂਕਰੇਨੀਅਨ ਸਕੂਲ ਹੈ, ਬਾਇਲਿੰਗੁਅਲ ਯੂਕਰੇਨੀਅਨ ਸਕੂਲ ਜਿਹੜਾ ਹੈ। ਹੋ ਸਕਦਾ ਕਿ ਉਹ ਜਿਹੜਾ ਯੂਕਰੇਨੀਅਨ ਸੁਸਾਇਟੀ ਹੈ ਜਾਂ ਜੋ ਲੋਕ ਉਹ ਓਨ ਕਰਦੇ ਹੋਣ, ਅਤੇ ਉੱਥੇ ਵੀ ਇਸ ਕਰਕੇ ਕੈਥੋਲਿਕ ਸਕੂਲ ਬੋਰਡ ਨੂੰ ਨਹੀਂ ਦਿੱਤਾ, ਅਤੇ ਉੱਥੇ ਯੂਕਰੇਨੀਅਨ ਜਿਹੜੀ ਪੜ੍ਹਾਈ ਜਾਂਦੀ ਹੋਵੇ ਲੈਂਗੁਏਜ। ਸਨੋ ਤੁਹਾਨੂੰ ਇਹ ਮਾਰਚ ਅਪ੍ਰੈਲ ਤੱਕ ਦਿਸੇਗੀ ਸਾਰੀ, ਇੱਦਾਂ ਸਾਈਡ 'ਤੇ ਇਕੱਠੀ ਕੀਤੀ ਸਨੋ। ਅਤੇ ਜਦੋਂ ਇਕੱਠੀ ਕਰਨੀ ਹੁੰਦੀ ਤਾਂ ਫਿਰ ਇਹ ਲਿਖ ਕੇ ਲਾ ਦਿੰਦੇ ਆ, ਕੁਛ ਏਰੀਏ 'ਚ ਹੁਣ ਲੱਗੇ ਵੀ ਆ ਤੇ ਨੋ ਪਾਰਕਿੰਗ। ਉਸ ਦਿਨ ਫਿਰ ਪਾਰਕਿੰਗ ਅਲਾਉ ਨਹੀਂ ਕਰਦੇ, ਅਤੇ ਜੇ ਕੋਈ ਪਾਰਕ ਕਰਦਾ ਤਾਂ ਟੋ ਟਰੱਕ ਪਹਿਲਾਂ ਹੀ ਤਿਆਰ ਹੁੰਦਾ, ਜਦੋਂ ਸਿਟੀ ਕਲੀਨ ਕਰਨ ਆਉਂਦੀ ਆ ਅਤੇ ਟੋ ਟਰੱਕ ਵਾਲੇ ਚੱਕ ਕੇ ਆਪਣੇ ਲੈ ਜਾਂਦੇ ਆ, ਅਤੇ $1000 ਦਿਓ ਫਾਈਨ, ਅਤੇ ਫਿਰ ਆਪਣੀ ਗੱਡੀ ਚਲਾਓ। ਇਹ ਆ ਗਈ ਜੀ ਸਟਰੀਟ 108 ਸਟਰੀਟ ਵੈਸਟ। ਇੱਥੇ ਦੂਜੇ ਪਾਸੇ ਨੂੰ, ਇੱਕ ਪਾਸੇ ਨੂੰ ਲਾਈਟਾਂ ਹੈਗੀਆਂ, ਮੇਰੇ ਵਾਲੇ ਪਾਸੇ ਨੂੰ ਹੈ ਨਹੀਂ, ਅਤੇ ਜਦੋਂ ਵੀ ਦੱਬਦੇ ਹਾਂ ਅਤੇ ਨਾਲ ਹੀ ਰੈੱਡ ਲਾਈਟ ਹੋ ਜਾਂਦੀ ਹੈ। ਅਤੇ ਇੱਧਰ ਆ ਯੂਨੀਵਰਸਿਟੀ ਆ, ਬਸ ਵਾਕਿੰਗ ਡਿਸਟੈਂਸ 'ਤੇ ਹੈ ਸਾਹਮਣੇ। 108 ਸਟਰੀਟ ਸਿੱਧੀ ਜਿਹੜੀ ਹੈਗੀ ਆ, ਉਹ ਅੱਗੇ ਜਾ ਕੇ ਈਸਟ ਡਰਾਈਵ ਬਣ ਜਾਂਦੀ ਹੈ ਐਕਚੁਅਲੀ। ਜਦੋਂ ਕਾਲਜ ਡਰਾਈਵ ਤੋਂ ਬਾਅਦ ਜਿਹੜਾ ਯੂਨੀਵਰਸਿਟੀ ਦੀ ਰੋਡ ਹੈ, ਜਿਹੜੀ ਯੂਨੀਵਰਸਿਟੀ ਦੇ ਵਿੱਚ ਜਾਂਦੀ, ਉਹਦਾ ਨਾਂ ਈਸਟ ਡਰਾਈਵ, ਬਟ ਇਹਦੇ ਅਪੋਜਿਟ ਬਿਲਕੁਲ ਹੈ 108 ਸਟਰੀਟ ਦੇ। ਅੱਜ ਮਜ਼ਾ ਆ ਰਿਹਾ ਕਿਉਂਕਿ ਟੈਂਪਰੇਚਰ ज़्यादा है, -5 -4 ਅਤੇ -4 -5 'ਤੇ ਤਾਂ ਇੱਦਾਂ ਮੈਨੂੰ ਲੱਗਦਾ ਹੁੰਦਾ ਕਿ ਜਿੱਦਾਂ ਉੱਥੇ ਮਤਲਬ ਇੰਡੀਆ ਵਿੱਚ, ਖਾਸ ਕਰਕੇ ਪੰਜਾਬ 'ਚ ਜਦੋਂ ਬਹੁਤ ਠੰਡ ਹੁੰਦੀ ਅਤੇ 4 ਡਿਗਰੀ ਪਲੱਸ ਦੇ ਵਿੱਚ ਬੜੀ ਠੰਡ ਲੱਗਦੀ ਹੈ, ਪਰ ਇੱਥੇ ਤਾਂ -5 ਈਵਨ -7 8 ਤੱਕ ਵੀ ਮਤਲਬ ਬੜਾ ਪਲੈਜ਼ੈਂਟ ਬੈਸ ਹੋਈ। ਬੜੇ ਮਜ਼ੇ ਨਾਲ ਮੈਂ ਜਾ ਰਿਹਾ ਅਤੇ ਵੀਡੀਓ ਬਣਾ ਰਿਹਾ। ਬੱਸਾਂ ਇਸ ਵੇਲੇ ਹੁਣ ਫੁੱਲ ਜਾ ਰਹੀਆਂ, ਬੱਚੇ ਕਿਉਂਕਿ ਜਾ ਰਹੇ ਸਕੂਲ ਆਪਣੇ ਯੂਨੀਵਰਸਿਟੀ। ਸੈਸਕਾਟੂਨ 'ਚ ਯੂਨੀਵਰਸਿਟੀ ਆਫ ਸਸਕੈਚੁਅਨ ਬੜੀ ਪੁਰਾਣੀ ਯੂਨੀਵਰਸਿਟੀ ਹੈ। ਅਤੇ ਮੈਨੂੰ ਯਾਦ ਹੈ ਕਿ ਐਗਰੀਕਲਚਰ ਯੂਨੀਵਰਸਿਟੀ 'ਚ ਜਦੋਂ ਮੈਂ ਪੜ੍ਹਦਾ ਹੁੰਦਾ ਸੀ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ 'ਚ, ਅਤੇ ਸਾਡੇ ਡਿਪਾਰਟਮੈਂਟ ਦੇ ਵੀ ਕੁਛ ਪ੍ਰੋਫੈਸਰ ਜਿਹੜੇ ਆ ਉਹ ਇੱਥੇ PhD ਕਰਨ ਵਾਸਤੇ 1970 'ਚ ਵੀ ਦੇ ਲਾਗੇ ਆਏ ਸੀ। ਅਤੇ ਉਦੋਂ ਤੋਂ ਹੀ ਬੜਾ ਚਾਅ ਜਿਹਾ ਹੁੰਦਾ ਸੀ ਕਿ ਸ਼ਾਇਦ ਸਾਨੂੰ ਵੀ ਕਿਤੇ ਮੌਕਾ ਮਿਲਦਾ ਪੜ੍ਹਨ ਦਾ ਯੂਨੀਵਰਸਿਟੀ ਆਫ ਸਸਕੈਚੁਅਨ ਦੇ ਵਿੱਚ, ਕਿਉਂਕਿ ਇਸੇ ਯੂਨੀਵਰਸਿਟੀ ਦਾ ਪਤਾ ਸੀ ਕਿ ਯੂਨੀਵਰਸਿਟੀ ਆਫ ਸਸਕੈਚੁਅਨ ਹੈ, ਪਰ ਇਹ ਨਹੀਂ ਸੀ ਪਤਾ ਕਿ ਕਿਸੇ ਟਾਈਮ ਪਰਮਾਤਮਾ ਨੇ ਫਿਰ ਮੁੜ ਕੇ ਇੱਥੇ ਲਿਆ ਕੇ ਸਿੱਟਣਾ ਜਾਂ ਭੇਜਣਾ ਕਹਿ ਲਓ। ਜਾਂ ਪਹਿਲੀ ਵਾਰੀ ਮੈਂ ਜਦੋਂ ਆਇਆ ਇੱਥੇ ਤਾਂ ਮੈਨੂੰ ਬੜਾ ਵਧੀਆ ਲੱਗਾ ਵੀ ਹੈ ਯੂਨੀਵਰਸਿਟੀ, ਔਰ ਮੇਰਾ ਘਰ ਵੀ ਬਿਲਕੁਲ ਯੂਨੀਵਰਸਿਟੀ ਦੇ ਕੋਲ ਆ, ਅਤੇ ਮੇਰੀ ਵਾਈਫ ਵੀ ਯੂਨੀਵਰਸਿਟੀ 'ਚ ਸਰਵਿਸ ਕਰਦੀ ਹੈ। ਇਸ ਡਿਫਰੈਂਟ ਫੀਲਿੰਗ ਪਹਿਲਾਂ ਜਦੋਂ ਮੈਂ ਆਇਆ ਇੱਥੇ ਦੇਖਣ ਵਾਸਤੇ 2008 ਦੇ ਵਿੱਚ, ਸਿਰਫ ਦੇਖਣ ਵਾਸਤੇ ਕਿ ਮੂਵ ਹੋਣਾ ਸੀ ਬਰੈਂਪਟਨ ਤੋਂ, ਅਤੇ ਯੂਨੀਵਰਸਿਟੀ ਜਦੋਂ ਮੈਂ ਆਇਆ ਤਾਂ ਮੈਨੂੰ ਅਜੀਬ ਤਰ੍ਹਾਂ ਦੀ ਸ਼ਾਂਤੀ, ਅਜੀਬ ਇੱਕ ਕਿਸਮ ਦਾ ਅਹਿਸਾਸ
ਹੋਇਆ ਕਿ ਮੈਂ ਇੱਥੇ ਪਿੱਛਿਆ ਸੀ। ਇਹ ਆ ਜੀ ਪਬਲਿਕ ਸਕੂਲ ਦਾ ਗਰਾਊਂਡ, ਕੋਈ ਬਹੁਤੀ ਵੱਡੀ ਨਹੀਂ ਹੈ, ਬਟ ਫਿਰ ਵੀ ਦੇਖੋ ਸਾਹਮਣੇ ਝੂਲੇ ਲਾਏ ਹੋ ਆ। ਇਹ ਮੇਰਾ ਖਿਆਲ ਪ੍ਰਾਇਮਰੀ ਸਕੂਲ ਹੈ ਬੱਚਿਆਂ ਦਾ, ਪਬਲਿਕ ਸਦਰਲੈਂਡ ਐਲੀਮੈਂਟਰੀ ਸਕੂਲ ਹੈ ਇਹਦਾ ਨਾਂ ਸ਼ਾਇਦ। ਇਹ ਸਕੂਲ ਹੈ ਜੀ। ਇਹਦਾ ਮੇਰਾ ਖਿਆਲ ਮੇਨ ਡੋਰ ਜਿਹੜਾ ਹੈ ਉਹ ਪਰਲੇ ਪਾਸੇ ਹੈ। ਕਿਉਂਕਿ ਇਹ ਜਿਹੜੀ ਹੈ ਐਗਵਰਟ ਰੋਡ, ਐਗਵਰਟ ਡਰਾਈਵ ਹੈ ਸ਼ਾਇਦ ਜਾਂ ਐਵਨਿਊ ਆ, ਇਹ ਮੇਨ ਹੈ ਇਹ ਕਨੈਕਟਿੰਗ ਜਿਹੜੀਆਂ ਦੂਜੀਆਂ ਸੜਕਾਂ ਆਪਣੇ ਸਟਰੀਟਾਂ ਨੂੰ ਕਰਦੀ। ਅਤੇ ਕਦੇ ਵੀ ਜਿਹੜਾ ਸਕੂਲ ਆ ਉਹ ਮੇਨ ਰੋਡ 'ਤੇ ਨਹੀਂ ਉਹਦਾ ਡੋਰ ਰੱਖਦੇ, ਕਿਉਂਕਿ ਇਸ ਰੋਡ 'ਤੇ ਟ੍ਰੈਫਿਕ ਹੁੰਦਾ ਅਤੇ ਕੋਈ ਵੀ ਜਿਹੜੀ ਹੈ ਸਕੂਲ ਹੈ, ਮਸਜਿਦ ਹੈ ਜਾਂ ਮੰਦਰ, ਗੁਰਦੁਆਰਾ ਕਹਿ ਲਓ ਜਾਂ ਆਪਣਾ ਚਰਚ ਹੈ, ਮੇਨ ਇੰਸਟੀਟਿਊਸ਼ਨ। ਇਹ ਦੇਖੋ ਜੀ, ਇਹ ਹੈ ਸਦਰਲੈਂਡ ਸਕੂਲ। ਸਦਰਲੈਂਡ ਸਕੂਲ ਹੈ। ਵੈਲਕਮ ਮੈਂਬਰ, ਯੂ ਆਰ ਨੋਨ, ਵੈਲਿਊ ਐਂਡ ਬਿਲੀਵ ਇਨ। ਇਹ ਸ਼ਾਇਦ ਐਲੀਮੈਂਟਰੀ ਸਕੂਲ ਹੈ ਸਦਰਲੈਂਡ ਦੇ ਵਿੱਚ। ਇੱਕ ਇਹੀ ਹੈ। ਇਹ ਸਦਰਲੈਂਡ ਦਾ ਏਰੀਆ ਬਹੁਤ ਛੋਟਾ ਜਿਹਾ ਏਰੀਆ, ਬਹੁਤੀਆਂ ਸਟਰੀਟਾਂ ਹੈ ਨਹੀਂ ਇੱਥੇ, ਕਾਫੀ ਪੁਰਾਣਾ ਆ। ਸਨੋ ਇਕੱਠੀ ਕੀਤੀ ਹੋਆ, ਮੇਨ ਸਟਰੀਟਾਂ ਜਿਹੜੀਆਂ ਉਹ ਇਮੀਡੀਏਟ ਕਰ ਦਿੰਦੇ ਆ, ਸਨੋ ਇੱਦਾਂ ਸਾਈਡ 'ਤੇ ਲਾ ਦਿੰਦੇ ਆ ਅਤੇ ਸਟਰੀਟ ਦੇ ਉੱਪਰ ਰੇਤਾ ਸੁੱਟ ਦਿੰਦੇ ਤਾਂ ਕਿ ਸਲਿੱਪਰੀ ਨਾ ਹੋਵੇ। ਅਤੇ ਬਾਕੀ ਸਾਈਡ ਵਾਕ ਜਿਹੜਾ ਹੈਗਾ ਇਹ ਜ਼ਿੰਮੇਵਾਰੀ ਹੁੰਦੀ ਆ ਹੋਮ ਓਨਰਸ ਦੀ, ਇਹਨੂੰ ਸਾਫ਼ ਕਰਨ। ਅਤੇ ਪਰ ਕਈ ਨਹੀਂ ਵੀ ਕਰਦੇ। ਜਿੱਥੇ ਜਿਹੜਾ ਏਰੀਆ ਕਾਮਨ ਹੁੰਦਾ, ਮਤਲਬ ਜਿੱਦਾਂ ਕੋਈ ਇੱਦਾਂ ਹੈ ਪਾਰਕ ਹੈ, ਉੱਥੇ ਕਈ ਵਾਰੀ ਸਿਟੀ ਨਹੀਂ ਕਰਦੀ ਜਾਂ ਲੇਟ ਕਰਦੀ ਹੈ, ਅਦਰਵਾਈਜ਼ ਮੋਸਟਲੀ ਲੋਕ ਕਰ ਹੀ ਦਿੰਦੇ ਆ। ਖਾਸ ਕਰਕੇ ਜਿੱਥੇ ਮਤਲਬ ਬੱਸ ਸਟਾਪ ਹੋਵੇ ਉੱਥੇ ਸਿਟੀ ਪ੍ਰਾਇੋਰਟੀ 'ਤੇ ਆਪ ਹੀ ਸਾਫ਼ ਕਰ ਦਿੰਦੇ। ਇਹ ਹੈ ਜੀ ਇੱਦਾਂ ਇੱਥੋਂ ਇਹ ਸਟਰੀਟ ਮੇਰਾ ਖਿਆਲ ਹੈ 110 ਜਾਂ ਸ਼ਾਇਦ 11, ਮੈਂ 108 ਤੋਂ ਸ਼ੁਰੂ ਹੋਏ ਸੀ, ਫਿਰ 109, 110, 111 ਇੱਦਾਂ 115 ਤੱਕ ਆਪਾਂ ਜਾਣਾ। 115 ਤੋਂ ਹੋ ਕੇ ਫਿਰ ਕੋਸ਼ਿਸ਼ ਹੋਊਗੀ ਮੇਰੀ ਅੱਜ, ਜੇ ਕੈਮਰੇ ਦੀ ਬੈਟਰੀ ਡੈਡ ਨਹੀਂ ਹੋਈ ਤਾਂ ਤੁਹਾਨੂੰ ਮੈਂ ਉਹ ਘਰ ਵੀ ਦਿਖਾਵਾਂ ਜਿਹੜਾ ਬਹੁਤ ਸੋਹਣਾ ਸਜਾਇਆ ਹੋਇਆ। ਜਾਂ ਇਸ ਤਰ੍ਹਾਂ ਬੱਸ ਦੇ ਜਿਹੜੇ ਹਰੇਕ ਬੱਸ ਦੇ ਸਕੂਲ ਉਹ ਨੰਬਰ ਲੈਟ ਮੀ ਇੱਦਾਂ ਹਰੇਕ ਬੱਸ ਸਟਾਪ ਦਾ ਨੰਬਰ ਹੁੰਦਾ ਲਿਖਿਆ ਹੈ। ਅਤੇ ਫਿਰ ਤੁਸੀਂ
मेरा ख्याल है इन्हां दी सिटी दी ऐप है, उत्ते ट्रैक भी कर सकते हैं भी बस किहड़ी, ਉਹਨੂੰ ਤੁਸੀਂ डाउनलोड कर लो ਤੇ ਤੁਸੀਂ ट्रैक कर सकते हैं भी साडी आ ਜਿਹੜੀ ਬੱਸ नंबर है ਉਹ ਕਿੱਥੇ आ रही है। बड़ा वधिया सिस्टम हो गया, ਬੱਚਿਆਂ ਨੂੰ बड़ा सौखा, ਜਾਂ ਹੋਰ ਵੀ ਜਿਹਨੇ ਬੱਸ ਲੈਣੀ ਹੁੰਦੀ है। ਸਨੋ ਦੇਖ ਕੇ ਜਿਹੜਾ ਕੋਈ ਵੀ ਇਨਸਾਨ ਜਿਹੜਾ ਸਨੋ ਦੇ ਵਿੱਚ ਜਿਹਨੇ ਜਿਸ ਇਲਾਕੇ 'ਚ ਜਿਸ ਦੇਸ਼ 'ਚ ਨਹੀਂ ਪੈਂਦੀ, ਉਹਨਾਂ ਨੂੰ ਲੱਗਦਾ ਕਿ ਬਹੁਤ ਠੰਡ ਹੋਏਗੀ, ਔਰ ਸਨੋ ਤੋਂ ਬਿਨਾਂ ਵੀ ਜਿਹੜੀ ਹੈਗੀ ਉਹ ਠੰਡ ਹੁੰਦੀ ਹੈ, ਕਿਉਂਕਿ ਡਿਪੈਂਡ ਕਰਦਾ ਧਰਤੀ ਦੇ ਕਿਹੜੇ ਤੁਸੀਂ ਹਿੱਸੇ 'ਚ ਰਹਿੰਦੇ ਆ। ਅੰਟਾਰਕਟਿਕਾ ਦੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਅੰਟਾਰਕਟਿਕਾ ਜਾਂ ਆਰਟਿਕਾ ਦੇ ਕੋਲ ਜਿਹੜੇ ਰਹਿੰਦੇ ਆ ਸਿਟੀ ਆ ਜਾਂ ਆਪਣੇ ਹੈ ਦੇਸ਼, ਉੱਥੇ ਜ਼ਿਆਦਾ ਠੰਡ ਹੁੰਦੀ ਹੈ, ਅਤੇ ਇਕੁਏਟਰ 'ਤੇ ਜਿਹੜੇ ਰਹਿੰਦੇ ਆ ਉੱਥੇ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ। ਸੋ ਧਰਤੀ ਦੀ ਲੋਕੇਸ਼ਨ ਜਿਸ ਤਰ੍ਹਾਂ ਹੈ ਉਸ ਹਿਸਾਬ ਨਾਲ ਉੱਥੇ ਦਾ ਵੈਦਰ, ਉੱਥੇ ਦੇ ਸਾਰਾ ਕੁਝ ਉਸ ਹਿਸਾਬ ਨਾਲ ਹੀ ਹੁੰਦਾ। ਅੱਜ ਠੰਡ ਥੋੜ੍ਹੀ ਘੱਟ ਸੀ ਅਤੇ ਮੈਂ ਸੋਚਿਆ ਕੁਛ ਕੱਪੜਿਆਂ ਦੀਆਂ ਲੇਅਰਾਂ ਘੱਟ ਕਰਾਂ, ਪਰ ਫਿਰ ਸੋਚਿਆ ਨਹੀਂ, ਕਿਉਂਕਿ ਠੰਡ ਜੇ ਲੱਗ ਜਾਵੇ ਤਾਂ ਫਿਰ ਥੋੜ੍ਹੀ ਪ੍ਰੋਬਲਮ ਹੁੰਦੀ ਹੈ, ਇਸ ਕਰਕੇ ਸੇਫ ਸਾਈਡ 'ਤੇ ਚੱਲਣਾ ਚਾਹੀਦਾ ਸਦਾ ਹੀ। ਅਤੇ ਮੇਰੀ ਕੋਸ਼ਿਸ਼ ਹੁੰਦੀ ਆ ਪਹਿਲਾਂ ਤੋਂ ਹੀ ਕਿ ਮੈਂ ਕਦੀ ਇਹ ਗਲਤੀ ਨਹੀਂ ਕਰਦਾ, ਹਮੇਸ਼ਾ ਪ੍ਰੋਪਰ ਡਰੈਸਅਪ ਹੋ ਕੇ ਘਰੋਂ ਨਿਕਲਦਾ। ਵੈਸੇ ਤਾਂ ਇੱਥੇ ਲੋੜ ਨਹੀਂ ਪੈਂਦੀ ਬਹੁਤਾ, ਕਿਉਂਕਿ ਤੁਹਾਡੀਆਂ ਕਾਰਾਂ ਹੀਟਡ ਨੇ, ਆਫਿਸ ਹੀਟਡ ਹੈ, ਸਾਰਾ ਕੁਝ ਹੀਟਡ ਹੈ, ਪਰ ਇਹ ਨੈਸੈਸਿਟੀ ਵੀ ਹੈ। ਇਹ ਕਹਿ ਦਿੰਦੇ ਆ ਕਿ ਜੀ ਸਭ ਕੁਝ ਇੱਥੇ ਗਰਮ ਪਾਣੀ ਆਉਂਦਾ, ਕਾਰਾਂ ਗਰਮ ਨੇ, ਘਰ ਗਰਮ, ਅਤੇ ਇਹ ਇੱਕ ਨੈਸੈਸਿਟੀ ਹੈ ਐਕਚੁਅਲੀ, ਇਟਸ ਨਾਟ ਏ ਲਗਜ਼ਰੀ, ਕਿਉਂਕਿ ਮਾਈਨਸ ਇੰਨਾ ਟੈਂਪਰੇਚਰ ਹੁੰਦਾ, ਤੁਸੀਂ ਬਿਨਾਂ ਹੀਟਡ ਘਰ ਤੋਂ, ਬਿਨਾਂ ਕਾਰ ਤੋਂ ਸਰਵਾਈਵ ਨਹੀਂ ਕਰ ਸਕਦੇ। ਅਤੇ ਮਾਈਨਸ ਮੰਨ ਲਓ ਵੀ 30 ਟੈਂਪਰੇਚਰ ਜਾਂ 35, ਕਈ ਵਾਰੀ 40 ਵੀ ਹੋ ਜਾਂਦਾ, ਬਹੁਤ ਰੇਅਰਲੀ ਹੁੰਦਾ, ਮਤਲਬ ਇੱਕ ਦਿਨ ਜਾਂ 2 ਦਿਨ ਜਾਂ ਕਦੀ ਕੁਛ ਘੰਟਿਆਂ ਲਈ, ਪਰ ਜਦੋਂ ਹੋ ਜਾਂਦਾ ਤਾਂ ਫਿਰ ਜੇ ਨਾ ਤੁਹਾਡੀ ਕਾਰ ਹੀਟਡ ਨਹੀਂ ਹੈਗੀ ਤਾਂ ਫਿਰ ਸਟਾਰਟ ਨਹੀਂ ਹੁੰਦੀ, ਅਤੇ ਬੂਸਟਰ ਕੇਵਲ ਰੱਖਣੀ ਪੈਂਦੀ ਹੈ। ਅਤੇ ਮੋਸਟਲੀ ਤਾਂ ਇੱਥੇ ਇੱਦਾਂ ਵੀ ਜਦੋਂ -20 ਤੋਂ ਟੈਂਪਰੇਚਰ ਜ਼ਿਆਦਾ ਹੁੰਦਾ, ਅਸੀਂ ਉਹਨੂੰ ਪਲੱਗ ਇਨ ਕਰ ਦਿੰਦੇ ਹਾਂ। ਉਹ ਇੱਥੇ ਸਿਸਟਮ ਹੈ ਕਿ ਹੀਟਡ ਪੈਡ ਜਿਹੜੇ ਹੈਗੇ ਉਹ ਲੱਗਾ ਹੁੰਦਾ, ਉਹਨੂੰ ਪਲੱਗ ਇਨ ਕੀਤਾ ਅਤੇ ਗੱਡੀ ਜਿਹੜੀ ਉਹ ਹੀਟਰ ਰਹਿੰਦੀ ਹੈ, ਸਟਾਰਟ ਕਰਨ ਸੇ ਨੂੰ ਫਿਰ ਪ੍ਰੋਬਲਮ ਨਹੀਂ ਆਉਂਦੀ। ਲਓ ਜੀ, ਅਸੀਂ ਆ ਹੁਣ 115 ਸਟਰੀਟ, ਇਹ ਵੈਸਟ ਇਹਨੂੰ ਕਹਿ ਦਿੰਦੇ ਐਕਚੁਅਲੀ, 115 ਸਟਰੀਟ ਵੈਸਟ 'ਤੇ ਮੁੜ ਗਏ ਹਾਂ, ਅਤੇ ਸੈਂਟਰਲ ਐਵਨਿਊ ਤੋਂ ਬਾਅਦ ਫਿਰ ਉਹ ਈਸਟ ਬਣ ਜਾਂਦੀ ਹੈ। ਸੈਂਟਰਲ ਐਵਨਿਊ ਨੂੰ ਇੱਕ ਉਹਨਾਂ ਨੇ ਸੈਂਟਰ ਰੱਖਿਆ ਹੈ ਈਸਟ ਵੈਸਟ ਦਾ, ਜਿੱਦਾਂ ਜਿਹੜੀਆਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਈਸਟ ਵੈਸਟ ਅਤੇ ਡਾਊਨ ਟਾਊਨ ਦੇ ਵਿੱਚ ਜਿਹੜੀਆਂ ਉਹ ਐਵਨਿਊਜ਼ ਨੇ, ਫਸਟ ਐਵਨਿਊ, ਸੈਕੰਡ ਐਵਨਿਊ, ਫੋਰਥ ਐਵਨਿਊ, ਇੱਦਾਂ ਸਟਰੀਟਾਂ ਦੇ ਨਾਂ। ਅਤੇ ਜਿਹੜਾ ਆਈਡਲਵਾਈਡ ਡਰਾਈਵ ਹੈ ਸਾਡੇ ਸ਼ਹਿਰ ਦੇ ਜਿਹੜੇ ਸੈਂਟਰ ਦੇ ਵਿੱਚੋਂ ਨਿਕਲਦਾ, ਉਹਨੂੰ ਇੱਕ ਸੈਂਟਰਲ ਲਾਈਨ ਰੱਖਿਆ ਹੋਇਆ ਸਿਟੀ ਨੇ, ਅਤੇ ਈਸਟ ਵਾਲੇ ਪਾਸੇ ਨੂੰ ਜਿੱਦਾਂ 22 ਸਟਰੀਟ ਹੈ, ਉਹ 22 ਸਟਰੀਟ ਈਸਟ ਸ਼ੁਰੂ ਹੋ ਜਾਂਦੀ ਹੈ, ਅਤੇ ਦੂਜੇ ਪਾਸੇ ਜਿਹੜਾ ਵੈਸਟ ਸਾਈਡ 'ਤੇ ਆ ਉਹ 22 ਸਟਰੀਟ ਵੈਸਟ ਸ਼ੁਰੂ ਹੋ ਜਾਂਦੀ ਹੈ। ਉਹਨਾਂ ਦੇ ਸਟਰੀਟਾਂ ਦੇ ਨਾਂ ਫਿਰ ਐਵਨਿਊ A, B, C ਇੱਦਾਂ। ਤਰੀਕਾ ਹੈ ਐਕਚੁਅਲੀ ਆਈਡੈਂਟੀਫਾਈ ਕਰਨ ਦਾ ਮੈਨੂੰ,
ਲੱਗਾ ਕਿ ਬਹੁਤ ਵਧੀਆ ਤਰੀਕਾ, ਲੋਕੇਟ ਕਰਨਾ ਬੜਾ ਸੌਖਾ। ਇੰਸਟੈਡ ਕਿ ਪਾਰਟੀਕੂਲਰ ਸਟਰੀਟ ਦਾ ਹੀ ਨਾਂ ਹੋਵੇ ਅਤੇ ਤੁਹਾਨੂੰ ਲੱਭਣਾ ਹੋਵੇ, ਅਤੇ ਤੁਹਾਨੂੰ ਪਤਾ ਕਿ ਇਸ ਤਰ੍ਹਾਂ ਸਟਰੀਟਾਂ ਇਨਕਰੀਜ਼ ਹੋ ਰਹੀਆਂ, ਇੱਧਰ ਨੂੰ ਈਸਟ ਹੈ, ਇੱਧਰ ਨੂੰ ਵੈਸਟ ਹੈ, ਅਤੇ ਫਾਈਂਡ ਆਊਟ ਕਰਨਾ ਬਹੁਤ ਸੌਖਾ। ਇਹ ਇੱਕ ਚੀਜ਼ ਮੈਨੂੰ ਡਿਫਰੈਂਟ ਲੱਗੀ ਉੱਥੋਂ ਬਰੈਂਪਟਨ ਨਾਲੋਂ, ਜਾਂ ਜਿਹੜਾ ਉਹਨਾਂ ਦੇ ਟੈਰੇਸ ਦੇ ਜਿਹੜੇ ਮੈਨੂੰ ਇਲਾਕਿਆਂ ਦਾ ਪਤਾ। ਆਹ ਦੇਖੋ ਕਿੰਨਾ ਓਪਨ ਸਪੇਸ ਰੱਖਿਆ ਹੋਇਆ, ਬਿਊਟੀਫੁਲ। ਇੱਧਰ ਵੀ ਆ ਰੇਲਵੇ ਲਾਈਨ ਹੈ ਇੱਥੇ, ਸੋ ਬਿਊਟੀਫੁਲ। ਆ ਦਰਖਤ ਦੇਖੋ ਉੱਤੇ ਝੜ ਗਿਆ, ਸੁੱਕ ਗਏ। ਇਹੀ ਦਰਖਤ ਫਿਰ ਸਾਨੂੰ ਸਮਰ ਦੇ ਵਿੱਚ ਹਰੇ ਭਰੇ ਦਿਸਣਗੇ। ਔਰ ਹਰਿਆਲੀ ਇਸ ਤਰ੍ਹਾਂ ਮੌਸਮ ਜਦੋਂ ਚੇਂਜ ਹੁੰਦਾ ਤਾਂ ਮੈਂ ਕਈ ਵਾਰੀ ਹੈਰਾਨ ਹੁੰਦੀ ਆ ਕਿ ਕਿੱਦਾਂ ਪਰਮਾਤਮਾ ਦਾ ਇਹ ਰੰਗ ਹੈ, ਕਿੱਦਾਂ ਪੱਤੇ ਹਰੇ ਓਵਰਨਾਈਟ ਇੱਦਾਂ ਨਿਕਲਦੇ ਆ, ਮਜ਼ਾ ਆ ਜਾਂਦਾ ਦੇਖ ਕੇ। ਸੀਪੀ ਰੇਲ ਦੀ ਹੈ ਕਾਰ ਦੇ ਉੱਤੇ ਐਕਚੁਅਲੀ ਕਾਰਾਂ ਦਾ ਸਿਸਟਮ ਇਹਨਾਂ ਨੇ ਬਣਾਇਆ ਹੁੰਦਾ, ਅਤੇ ਇਹ ਚੈੱਕ ਕਰਦੇ ਰਹਿੰਦੇ ਆ ਰੇਲਵੇ ਲਾਈਨ ਜਿਹੜੀ। ਓਕੇ, ਮੇਰਾ ਖਿਆਲ ਮੇਨਟੇਨੈਂਸ ਵਾਲੇ ਹੈ, 3-4 ਕਾਰਾਂ ਹੀ ਹੁੰਦੀਆਂ ਕਾਰਾਂ, ਉਹ ਰੇਲਵੇ ਲਾਈਨ 'ਤੇ ਚੜ੍ਹਾ ਦਿੰਦੇ ਆ, ਵੀਲ ਜਿਹੇ ਲੱਗੇ ਹੁੰਦੇ ਉਹਨਾਂ ਦੇ। ਬਾਕੀ ਮੈਂ ਕੱਪੜਿਆਂ ਦੀ ਗੱਲ ਕਰ ਰਿਹਾ ਸੀ ਵੀ 3-4 ਲੇਅਰ। ਐਕਚੁਅਲੀ ਨਾ ਕੰਟਰੀ ਦੇ ਵਿੱਚ ਤੁਹਾਨੂੰ ਥਰਮਲ ਵੀਅਰ ਜਿਹੜੇ ਹੈ, ਥਰਮਲ ਕੱਪੜੇ ਵੀ ਮਿਲ ਜਾਂਦੇ। ਮਤਲਬ ਜੇ ਤੁਸੀਂ ਈਵਨ ਜਿਹੜੇ ਹੁਣ ਬਿਜਲੀ ਵਾਲੇ ਹੈਗੇ ਆ ਜਾਂ ਪਾਣੀ ਵਾਲੇ, ਯੂਟਿਲਿਟੀ ਅਸੀਂ ਕਹਿ ਦਿੰਦੇ ਹਾਂ, ਯੂਟਿਲਿਟੀ ਸਰਵਿਸ ਜਿਹੜੇ ਵਰਕਰ ਆ, ਮੰਨ ਲਓ ਬਿਜਲੀ ਨੌਕ ਆਊਟ ਹੋ ਗਈ, ਇਹ ਨਹੀਂ ਹੈਗਾ ਕਿ ਮਾਈਨਸ ਅੱਜ 45 ਆ ਤਾਂ ਬਿਜਲੀ ਠੀਕ ਨਹੀਂ ਕਰਨੀ। ਉਹਨਾਂ ਕੋਲ ਪ੍ਰੋਟੈਕਟਿਵ ਗੀਅਰ ਹੁੰਦੇ ਆ, ਵੀ ਇੱਦਾਂ ਦੇ ਕੱਪੜੇ ਹੁੰਦੇ ਆ, ਥਰਮਲ ਵੀਅਰ ਕਹਿੰਦੇ ਉਹਨਾਂ ਨੂੰ। ਐਕਚੁਅਲੀ ਥਰਮਲ ਵੀਅਰ ਦੇ ਵਿੱਚ ਤੁਸੀਂ ਉਹ ਠੰਡ ਨਹੀਂ ਲੱਗਦੀ। ਉਸ ਤਰ੍ਹਾਂ ਦੇ ਗਲਵਜ਼, ਉਸ ਤਰ੍ਹਾਂ ਦਾ ਪੂਰਾ ਫਰੋਮ ਹੈਡ ਟੂ ਟੋ ਹੁੰਦਾ ਓਵਰਕੋਟ ਜਿਹਾ। ਸੋ ਕੰਮ ਰੁਕਦਾ ਨਹੀਂ ਕੋਈ ਵੀ ਇੱਥੇ। ਮੈਨੂੰ ਬੜੀ ਹੈਰਾਨੀ ਹੁੰਦੀ ਸੀ ਜਦੋਂ ਮੈਂ ਪਹਿਲੀ ਵਾਰੀ ਆਇਆ ਅਤੇ -20 ਦੇ ਵਿੱਚ ਕੋਈ ਸਕੂਲ ਬੰਦ ਨਹੀਂ ਕੋਈ, ਪਰ ਇੱਥੇ ਨਹੀਂ ਕਰਦੇ। -30 ਵੀ ਹੋਵੇ, -40 ਵੀ ਹੋਵੇ। ਹਾਂ, ਜੇ ਜ਼ਿਆਦਾ ਹੀ ਬਹੁਤ ਜ਼ਿਆਦਾ ਐਕਸਟ੍ਰੀਮ ਠੰਡ ਹੈ ਅਤੇ ਸਕੂਲ ਬੱਸਾਂ ਜ਼ਰੂਰ ਬੰਦ ਕਰ ਦਿੰਦੇ ਆ ਜੇ -30 ਤੋਂ ਉੱਪਰ ਜ਼ਿਆਦਾ ਹੈ, ਕਿਉਂਕਿ ਫਿਰ ਬੱਸਾਂ ਮਤਲਬ ਜੇ ਬਾਈ ਚਾਂਸ ਇੰਨੀ ਠੰਡ 'ਚ ਰੁਕ ਜਾਣ ਕਿਤੇ ਤਾਂ ਬੱਚਿਆਂ ਨੂੰ ਪ੍ਰੋਬਲਮ ਹੁੰਦੀ, ਇਸ ਕਰਕੇ। ਪਰ ਸਕੂਲ ਨਹੀਂ ਬੰਦ ਕਰਦੇ। ਆਹ ਦੇਖੋ ਇਸ ਤਰ੍ਹਾਂ ਇਹ ਲਿਖ ਕੇ ਲਾ ਦਿੰਦੇ ਆ। ਇਹ ਕੱਲ੍ਹ ਨੂੰ 7 ਵਜੇ ਤੋਂ ਬਾਅਦ ਇੱਥੇ ਮੇਰਾ ਖਿਆਲ ਕੱਲ੍ਹ ਸੀ ਸਨੋ ਇਹਨਾਂ ਨੇ ਆਲੇ ਦੁਆਲੇ ਦੀ ਚੱਕ ਲਈ ਜਾਣੀ ਹੈ। ਇਸ ਤਰ੍ਹਾਂ ਸਨੋ ਰੂਟ ਜਦੋਂ ਡਿਕਲੇਅਰ ਕਰ ਦਿੰਦੇ ਆ, ਇੱਥੇ ਤੁਸੀਂ ਆਪਣੀ ਗੱਡੀ ਵੀ ਨਹੀਂ ਖੜੀ ਕਰ ਸਕਦੇ। ਕਾਰ ਵਗੈਰਾ ਜੇ ਕਰੋਗੇ ਤਾਂ ਸਿਟੀ ਪਾਰਕਿੰਗ ਟਿਕਟ ਦੇ ਦਿੰਦੇ ਤੁਹਾਨੂੰ। ਇਹ ਹਲੇ ਟਾਈਮ ਹੈ ਅਤੇ ਮੇਰਾ ਖਿਆਲ ਤੁਹਾਨੂੰ ਮੈਂ ਉਹ ਘਰ ਵੀ ਦਿਖਾਏ ਲਿਆਵਾਂ। ਅੱਜ ਮੇਰੇ ਫੋਨ ਦੀ ਬੈਟਰੀ ਕਾਫੀ ਸਾਥ ਦੇ ਰਹੀ ਆ। ਟਾਈਮ ਵੀ ਮੇਰਾ ਖਿਆਲ ਹੁਣ 8, 8:30, 8:15 ਵਗੈਰਾ ਹੋ ਗਿਆ ਨਾ, ਕਿਉਂਕਿ ਦਿਨ ਕਾਫੀ ਚੜ੍ਹ ਗਿਆ। ਮੈਂ ਤੁਹਾਨੂੰ ਇਹ ਘਰ ਦਿਖਾ ਕੇ ਇੱਥੇ ਆਪਣੀ ਵੀਡੀਓ ਬੰਦ ਕਰੂੰਗਾ। ਅਤੇ ਜੇ ਤੁਹਾਨੂੰ ਮੇਰਾ ਇਹ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਇਹਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਦੂਜਿਆਂ ਨੂੰ ਫਾਰਵਰਡ ਕਰੋ, ਤਾਂ ਕਿ ਹੁਣ ਬਹੁਤ ਸਾਰੇ ਲੋਕਾਂ ਦੇ ਬੱਚੇ ਇੱਥੇ ਪੜ੍ਹਦੇ ਆ, ਖਾਸ ਕਰਕੇ
ਸਾਡੇ ਏਰੀਏ ਦੇ ਦੁਆਬੇ ਦੇ ਤੇ ਬੱਚੇ ਆਉਣਾ ਵੀ ਚਾਹੁੰਦੇ ਆ ਸਸਕਾਟੂਨ, ਉਹਨਾਂ ਨੂੰ ਵੀ ਪਤਾ ਲੱਗੇ ਵੀ ਕਿਸ ਤਰ੍ਹਾਂ ਦਾ ਸ਼ਹਿਰ ਹੈ, ਕਿਉਂਕਿ ਜਿੱਥੇ ਤੁਸੀਂ ਜਾਣਾ ਚਾਹੁੰਦੇ ਆ ਉੱਥੇ ਦਾ ਥੋੜ੍ਹਾ ਬਹੁਤ ਜਿਹੜਾ ਹੈ, ਉੱਦਾਂ ਤਾਂ ਵੈਸੇ ਅੱਜ ਕੱਲ੍ਹ ਗੂਗਲ 'ਤੇ ਤੁਸੀਂ ਜੇ ਤੁਹਾਡੀ ਇੱਛਾ ਹੈ ਤਾਂ ਸਰਚ ਕਰ ਸਕਦੇ ਆ, ਹਰ ਚੀਜ਼ ਹੈ। ਪਰ ਸਾਡੇ ਬੱਚਿਆਂ ਨੂੰ ਇੰਨਾ ਮੈਨੂੰ ਮਹਿਸੂਸ ਹੁੰਦਾ ਕਿ ਇੰਨਾ ਮਤਲਬ ਨਹੀਂ ਕਰਦੇ ਉਹ ਸਟੱਡੀ ਕੀਤਾ ਹੋਵੇ ਉਸ ਏਰੀਏ ਬਾਰੇ, ਉੱਥੇ ਦੇ ਲੋਕਾਂ ਬਾਰੇ, ਉੱਥੇ ਦੇ ਖਾਣੇ ਪੀਣੇ ਬਾਰੇ, ਤਾਂ ਉਹ ਵਧੀਆ ਰਹਿੰਦਾ। ਮੈਨੂੰ ਲੱਗਦਾ ਕਿ ਲਾਈਟਾਂ ਆਈ ਥਿੰਕ ਐਕਚੁਅਲੀ ਮੈਨੂੰ ਲੱਗਦਾ ਲਾਈਟਾਂ ਬੰਦ ਹੋ ਗਈਆਂ ਹੁਣ ਇਸ ਟਾਈਮ 'ਤੇ। ਜਾਂ ਇਹ ਘਰ ਹੈ, ਪਰ ਮੈਂ ਕੱਲ੍ਹ ਨੂੰ ਕੋਸ਼ਿਸ਼ ਕਰੂੰਗਾ ਕਿਸੇ ਦਿਨ। ਤੇ ਇਹ ਘਰ ਹੈ ਇੱਥੇ। ਐਕਚੁਅਲੀ ਇਹ ਮੋਸਟਲੀ ਅਸੀਂ ਕੀ ਕਰਦੇ ਹਾਂ ਕਿ ਟਾਈਮਰ ਹੁੰਦਾ, ਟਾਈਮਰ ਲਾ ਦਿੰਦੇ ਹਾਂ। ਟਾਈਮਰ ਆਪਣੇ ਪਾਰਟੀਕੂਲਰ ਟਾਈਮ 'ਤੇ ਸਟਾਰਟ ਹੋ ਜਾਂਦਾ, ਪਾਰਟੀਕੂਲਰ ਟਾਈਮ 'ਤੇ ਫਿਰ ਲਾਈਟਾਂ ਆਪਣੇ ਆਪ ਹੀ ਬੰਦ ਹੋ ਜਾਂਦੀਆਂ। ਉਹਦੇ ਨਾਲ ਔਨ ਆਫ ਕਰਨ ਦੀ ਲੋੜ ਨਹੀਂ ਪੈਂਦੀ। ਚਲੋ ਦੋਸਤੋ, ਠੀਕ ਹੈ, ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ, ਨਵੇਂ ਦਿਨ, ਨਵੇਂ ਟੈਂਪਰੇਚਰ 'ਤੇ ਨਵੇਂ ਏਰੀਏ 'ਚ। ਮੇਰੇ ਨਾਲ ਬਣੇ ਰਹੋ। ਸਤਿ ਸ਼੍ਰੀ ਅਕਾਲ, ਨਮਸਤੇ, ਬਾਏ।